महाराज फरमाउंदे जे 100 चंदा उगवे सूरज चढ़े 1000 एते चानण होंदिया गुर बिन घोर अंधार। घोर तो भाव हुंदा है बहुत ज्यादा हनेरा, कुप हनेरा। ਜਦੋਂ ਵੀ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਜਿਹੜਾ ਬਾਣੀ ਪੜ੍ਹਨ ਵਾਲਾ ਕਿਧਰੇ ਵੀ ਵੇਖੋ ਉਹਦਾ ਲਿਬਾਸ ਜਿਹੜਾ ਹੈ, ਉਹਦਾ ਜਿਹੜਾ ਬੋਲਣ ਦਾ ਚੱਲਣ ਦਾ ਜਿਹੜਾ ਢੰਗ ਹੈ ਉਹ ਬਿਲਕੁਲ ਵੱਖਰਾ ਹੋ ਜਾਂਦਾ ਹੈ। ਵੱਖਰੇ ਤੋਂ ਭਾਵ ਕਿ ਉਹ ਕੁਝ ਵੱਖਰਾ ਹੋ ਜਾਂਦਾ, ਨਵੇਕਲਾ ਹੋ ਜਾਂਦਾ ਹੈ, ਕਿਉਂਕਿ ਉਸ ਦੇ ਜੀਵਨ ਦੇ ਵਿੱਚ ਆਪਣਾ ਆਪ ਵਿਖਾਉਣ ਦੀ ਭਾਵਨਾ ਖਤਮ ਹੋ ਜਾਂਦੀ ਹੈ ਕਿ ਆਪਣਾ ਆਪ ਵਿਖਾਉਣਾ, ਹਉਮੈ, ਅਹੰਕਾਰ, ਦਵੈਸ਼ ਭਾਵਨਾ ਇਹ ਖਤਮ ਹੋ ਜਾਂਦੀ ਹੈ। ਔਰ ਜਿੰਨਾ ਚਿਰ ਬੰਦੇ ਦੇ ਅੰਦਰ ਆਪਾ ਭਾਵ ਨਹੀਂ ਖਤਮ ਹੁੰਦਾ ਉਹਨਾਂ ਚਿਰ ਇਹ ਨਾਲ ਹੀ ਰਹਿੰਦੇ ਨੇ। ਉਹਨਾਂ ਚਿਰ ਕੱਪੜੇ ਦਾ ਹੰਕਾਰ ਹੈ, ਹੱਥ ਦੇ ਵਿੱਚ ਪਾਏ ਹੋਏ ਗਹਿਣਿਆਂ ਦਾ ਹੰਕਾਰ ਹੈ, ਤਨ ਦੇ ਉੱਪਰ ਪਹਿਨੇ ਕੱਪੜਿਆਂ ਦਾ, ਸਭ ਕੁਝ ਘਰ-ਬਾਰ ਦਾ ਹੰਕਾਰ ਮਨੁੱਖ ਕਰਦਾ ਹੈ। ਪਰ ਜਦੋਂ ਗੁਰੂ ਦਾ ਗਿਆਨ ਆ ਜਾਂਦਾ ਹੈ ਫਿਰ ਇਹਨੂੰ ਇਉਂ ਪਤਾ ਲੱਗਦਾ ਕਿ ਇਹ ਕੇਵਲ ਰਹਿਣ ਬਸੇਰਾ ਹੈ, ਹੋਰ ਕੁਝ ਵੀ ਨਹੀਂ ਹੈ। ਇਹ ਰਹਿਣ ਬਸੇਰਾ ਹੈ। ਰਹਿਣ ਬਸੇਰੇ ਤੋਂ ਭਾਵ ਹੁੰਦਾ ਹੈ ਕਿ ਪਤਾ ਨਹੀਂ ਹੈ ਸਾਨੂੰ ਵੀ ਆਉਣ ਵਾਲਾ ਸਮਾਂ, ਆਉਣ ਵਾਲੀ ਸਵੇਰ, ਆਉਣ ਵਾਲਾ ਦਿਨ ਜਿਹੜਾ ਅਸੀਂ ਦੇਖਣਾ ਹੈ ਜਾਂ ਨਹੀਂ ਦੇਖਣਾ। ਇਸ ਕਰਕੇ ਕੋਈ ਮਿਥਿਆ ਹੋਇਆ ਨਹੀਂ ਹੈ ਵੀ ਅਸੀਂ 100 ਸਾਲ ਦੀ ਉਮਰ ਹੀ ਬਤੀਤ ਕਰਨੀ ਹੈ। ਕਿਸੇ ਵੇਲੇ ਵੀ ਪ੍ਰਾਣ ਖਤਮ ਹੋ ਸਕਦੇ ਨੇ। ਆਉਣ ਵਾਲਾ ਦਿਨ ਵੀ ਨਸੀਬ ਨਹੀਂ ਹੋਵੇਗਾ। ਆਉਣ ਵਾਲੇ ਦਿਨ ਦੇ ਵਿੱਚ ਛਕਣ ਵਾਲਾ ਭੋਜਨ ਪਤਾ ਨਹੀਂ ਅਸੀਂ ਖਾ ਪਾਵਾਂਗੇ ਕਿ ਨਹੀਂ। ਇਸ ਕਰਕੇ ਰਹਿਣ ਬਸੇਰਾ ਹੈ ਇਹ ਸੰਸਾਰ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿਉਂ ਨਾ ਇਸ ਨੂੰ ਪਰਮਾਤਮਾ ਦੇ ਨਾਲ ਜੋੜ ਲਿਆ ਜਾਵੇ, ਜਿੰਨਾ ਜਲਦੀ ਹੋ ਸਕੇ ਇਸ ਨੂੰ ਗੁਰੂ ਦੇ ਨਾਲ ਜੋੜ ਕੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਪ੍ਰਾਪਤ ਕਰਕੇ ਇਸ ਦੇਹੀ ਦੀ, ਇਸ ਆਤਮੇ ਦੀ ਕਦਰ ਪਵਾ ਲਈ ਜਾਵੇ। ਤੇ ਗੁਰਬਾਣੀ ਕਹਿੰਦੀ ਏ ਸਭ ਤੋਂ ਔਖਾ ਕੰਮ ਹੈ ਆਪਣੇ ਆਪ ਨੂੰ ਮਾਰਨਾ। ਮਾਰਨ ਤੋਂ ਭਾਵ ਹੁੰਦਾ ਹੈ ਆਪਣੀ ਹਉਮੈ ਨੂੰ ਖਤਮ ਕਰਨਾ, ਆਪਣੇ ਆਪ ਨੂੰ ਅਹੰਕਾਰ ਵਸ ਨਾ ਹੋਣ ਦੇਣਾ। ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਕਹਿੰਦੇ ਇਹ ਮਨ ਜਿੱਤਿਆ ਨਹੀਂ ਜਾਂਦਾ, ਪਰ ਜੇ ਇਹਨੂੰ ਜਿੱਤ ਲਿਆ ਜਾਵੇ, ਅਚਰ ਚਰੇ ਤਾਂ ਸਿੱਧ ਹੋਈ। ਆਚਾਰ ਦਾ ਅਰਥ ਹੁੰਦਾ ਹੈ ਜਿੱਥੋਂ ਤੱਕ ਪਹੁੰਚਿਆ ਨਹੀਂ ਜਾ ਸਕਦਾ। ਮਨ ਨੂੰ ਜਿੱਤਣਾ ਬਹੁਤ ਔਖਾ ਹੈ, ਪਰ ਕਹਿੰਦੇ ਜੇ ਕਿਸੇ ਬੰਦੇ ਨੇ ਮਨ ਨੂੰ ਜਿੱਤ ਲਿਆ, ਅਚਰ ਚਰੇ ਤਾਂ ਸਿੱਧ ਹੋਈ, ਕਹਿੰਦੇ ਫਿਰ ਤਾਂ ਉਹਦੀ ਜਿਹੜੀ ਕਰਨੀ ਹੈ ਉਹ ਸਿੱਧ ਹੋ ਜਾਏਗੀ। ਸਿੱਧ ਤੋਂ ਭਾਵ ਕਿ ਸਹੀ, ਸਪਸ਼ਟ, ਸਿੱਧੀ। ਸਿੱਧੀ ਤੇ ਬੁੱਧ ਪਾਈ, ਕਹਿੰਦੇ ਫਿਰ ਉਸ ਸਿੱਧੀ ਦੇ ਨਾਲ, ਮਨ ਨੂੰ ਸਮਝਾਉਣ ਦੇ ਨਾਲ ਬੁੱਧ ਪ੍ਰਾਪਤ ਹੋਈ। ਬੁੱਧ ਤੋਂ ਭਾਵ ਹੁੰਦਾ ਹੈ ਅਕਲ ਪ੍ਰਾਪਤ ਹੋਈ ਪ੍ਰਮਾਤਮਾ ਨੂੰ ਸਿਮਰਨ ਦੀ। ਪ੍ਰੇਮ ਕੇ ਸਰ ਲਾਗੇ ਤਨ ਭੀਤਰ। ਹੁਣ ਪ੍ਰੇਮ ਦੇ ਸਰ ਦਾ ਅਰਥ ਹੈ ਤੀਰ। ਕਹਿੰਦੇ ਪ੍ਰੇਮ ਦੇ ਤੀਰ, ਸਤਿਗੁਰੂ ਜੀ ਦੇ ਪ੍ਰੇਮ ਦੇ ਤੀਰ ਤਨ ਦੇ ਵਿੱਚ ਲੱਗੇ, ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਤਦੋਂ ਫਿਰ ਸਾਡੇ ਅੰਦਰ ਦਾ ਜਿਹੜਾ ਭਰਮ ਹੈ ਉਹ ਕੱਟਿਆ ਜਾ ਸਕਦਾ ਹੈ। ਉਦੋਂ ਸਾਡੇ ਅੰਦਰ ਦਾ ਭਰਮ ਜਿਹੜਾ ਉਹ ਕੱਟਿਆ ਜਾ ਸਕਦਾ ਹੈ। ਇਸ ਕਰਕੇ ਗੁਰਬਾਣੀ ਨਾਲ ਪ੍ਰੀਤ ਪਾਉਣੀ, ਗੁਰਬਾਣੀ ਨਾਲ ਸਨੇਹ ਬਣਾਉਣਾ ਬਹੁਤ ਜ਼ਰੂਰੀ ਹੈ। ਔਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਬਾਣੀ ਪੜ੍ਹ ਕੇ ਆਪਣੇ ਆਪ ਨੂੰ ਛੁਪਾਉਣਾ, ਆਪਣੇ ਆਪ ਨੂੰ ਲੁਕਾਉਣਾ। ਜੇ ਕਿਧਰੇ ਬਾਣੀ ਪੜ੍ਹਨ ਦੇ ਨਾਲ ਬੰਦੇ ਦੇ ਅੰਦਰ ਅਹੰਕਾਰ ਆ ਗਿਆ, ਹੋਰ ਕੋਈ ਟਿਕਾਣਾ ਨਹੀਂ ਹੈ ਜਿੱਥੋਂ ਅਸੀਂ ਬਚ ਸਕੀਏ। ਕਿਉਂਕਿ ਇੱਕੋ ਇੱਕ ਗੁਰਦੁਆਰਾ ਗੁਰਬਾਣੀ ਹੈ ਜਿਹਨੂੰ ਪੜ੍ਹ ਕੇ ਹਉਮੈ ਖਤਮ ਹੋ ਜਾਂਦੀ। ਤੇ ਜੇ ਬਾਣੀ ਪੜ੍ਹ ਕੇ ਹੀ ਹਉਮੈ ਆ ਜਾਵੇ, ਹੋਰ ਕੋਈ ਟਿਕਾਣਾ ਹੀ ਨਹੀਂ ਹੈਗਾ। ਹੋਰ ਕੋਈ ਟਿਕਾਣਾ ਨਹੀਂ ਹੈ ਜਿੱਥੋਂ ਜਾ ਕੇ ਇਹ ਹਉਮੈ ਖਤਮ ਹੋ ਸਕੇ। ਇਸ ਕਰਕੇ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ, ਮਹਾਰਾਜ ਕਿਰਪਾ ਕਰੀ ਅਸੀਂ ਆਪਣੇ ਆਪ ਨੂੰ ਲੁਕਾ ਕੇ ਰੱਖੀਏ। ਕੀ ਕਰਨਾ ਹੈ? ਕਿਉਂਕਿ ਜਿਹੜਾ ਵੀ ਕੋਈ ਸਾਨੂੰ ਸੰਸਾਰ ਦੇ ਵਿੱਚ ਵੇਖੇਗਾ ਕੱਪੜਿਆਂ ਦੇ ਰਾਹੀਂ, ਧਨ ਪਦਾਰਥ ਦੇ ਰਾਹੀਂ, ਉਹ ਸਾਨੂੰ ਵਿਕਾਰੀ ਬਣਾਉਣ ਦਾ ਹੀ ਯਤਨ ਕਰੇਗਾ। ਉਹ ਸਾਨੂੰ ਵਿਕਾਰਾਂ ਵੱਲੋਂ ਰੋਕੇਗਾ ਨਹੀਂ। ਜੋ ਵੀ ਇਨਸਾਨ ਸਾਡੇ ਸੁਹੱਪਣ ਦੀ ਤਾਰੀਫ ਕਰਦਾ ਹੈ, ਸਾਡੇ ਗਹਿਣਿਆਂ ਦੀ, ਸਾਡੇ ਕੱਪੜਿਆਂ ਦੀ ਤਾਰੀਫ ਕਰਦਾ ਹੈ, ਤਕਰੀਬਨ ਉਹ ਸਾਨੂੰ ਵਿਕਾਰਾਂ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਹੈ ਉਹਦੀ।
ਵੀ ਕਿਧਰੇ ਨਾ ਕਿਵੇਂ ਕਰਕੇ ਇਸ ਦੇ ਸੁਹੱਪਣ ਦੀ, ਇਹਦੇ ਕੱਪੜਿਆਂ ਦੀ ਮੈਂ ਤਾਰੀਫ ਕਰ ਦੇਵਾਂ। ਤੇ ਤਾਰੀਫ ਸੁਣਨ ਦਾ ਹਰ ਇੱਕ ਮਨੁੱਖ ਆਦੀ ਹੁੰਦਾ ਹੈ। ਹਰੇਕ ਮਨੁੱਖ ਆਦੀ ਹੁੰਦਾ ਹੈ ਕਿ ਜਿਸ ਦੀ ਕੁਝ ਕੁ ਤਾਰੀਫ ਕਰ ਦਿੱਤੀ ਜਾਵੇ, ਉਹ ਬੰਦਾ ਆਪਣੀ ਤਾਰੀਫਾਂ ਸੁਣ ਕੇ, ਜਿਹਨੂੰ ਅਸੀਂ ਜਾਣਦੇ ਵੀ ਨਹੀਂ ਆ, ਜਿਹਦੇ ਨਾਲ ਸਾਡੀ ਕੋਈ ਦੋਸਤੀ ਨਹੀਂ ਹੈ, ਸਾਡੀ ਮਿੱਤਰਤਾ ਨਹੀਂ ਹੈ, ਅਸੀਂ ਉਹਦੇ ਨਾਲ ਚੱਲਣ ਲਈ ਤਿਆਰ ਹੋ ਜਾਂਦੇ ਆ। ਅੱਗੇ ਜਾ ਕੇ ਉਹ ਭਾਵੇਂ ਸਾਡੇ ਗਲ ਨੂੰ ਵੱਢ ਦੇਵੇ, ਉਹ ਭਾਵੇਂ ਸਾਡੇ ਸਰੀਰ ਦਾ ਸ਼ੋਸ਼ਣ ਕਰ ਦੇਵੇ, ਅੱਗੇ ਜਾ ਕੇ ਉਹ ਭਾਵੇਂ ਸਾਡੇ ਨਾਲ ਕੋਈ ਧੱਕਾ ਕਰ ਦੇਵੇ, ਸਾਡੇ ਨਾਲ ਲੁੱਟ ਲਵੇ, ਸਾਡਾ ਗਹਿਣਾ ਗਟਾ ਲੁੱਟ ਲਵੇ, ਪਰ ਕੇਰਾਂ ਉਹ ਤਾਰੀਫ ਕਰਕੇ ਸਾਨੂੰ ਉਹ ਲੁੱਟ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜਾ ਇਨਸਾਨ ਪ੍ਰਮਾਤਮਾ ਦੇ ਨਾਲ ਬਣਾਉਣੀ ਚਾਹੁੰਦਾ ਹੈ, ਨਾ ਨਿੰਦਿਆ ਨਾ ਉਸਤਤ ਜਾ ਕੇ, ਉਹ ਨਾ ਤਾਂ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਉਸਤਤ ਤੋਂ ਵੀ ਉਹ ਨਵੇਕਲਾ ਹੀ ਰਹਿੰਦਾ ਹੈ। ਤੇ ਗੁਰਬਾਣੀ ਕਹਿੰਦੀ, ਦੁਨੀਆ ਨਾ ਸਾਲਾਹ ਜੋ ਮਰਵੰਜ ਸੀ, ਲੋਕਾਂ ਨਾ ਸਾਲਾਹ ਜੋ ਮਰ ਖਾਕ ਥੀ। ਕਹਿੰਦੇ ਲੋਕਾਂ ਦੀ ਖੁਸ਼ਾਮਦ ਦੇ ਵਿੱਚ ਨਾ ਲੱਗਿਆ ਰਹੇ। ਇਹ ਸੰਸਾਰ ਦੇ ਇਹ ਜਿਹੜੇ ਜੀਵ ਨੇ ਖਾਕ ਹੋ ਜਾਣੇ ਨੇ, ਇੱਕ ਦਿਨ ਮਿੱਟੀ ਹੋ ਜਾਣੇ ਨੇ। ਇਸ ਕਰਕੇ ਜੇ ਮਿੱਤਰ ਬਣਾਉਣਾ ਹੈ ਤੇ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਨੂੰ। ਔਰ ਗੁਰਬਾਣੀ ਦੇ ਵਿੱਚ ਜਦੋਂ ਵੀ ਅਕਾਲ ਪੁਰਖ ਪਰਮਾਤਮਾ ਨੂੰ ਕਿਸੇ ਨੇ ਮਿੱਤਰ ਬਣਾਇਆ ਤੇ ਉਹਦੀ ਮਿੱਤਰਤਾ, ਉਸ ਦੀ ਦੋਸਤੀ ਇਹੋ ਜਿਹੀ ਹੈ, ਉਹ ਬੰਦੇ ਨੂੰ ਸਵਾਰਦਾ ਹੈ, ਉਹ ਬੰਦੇ ਦੀ ਮਿੱਤਰਤਾ ਨੂੰ ਕਦੇ ਵਿਗੜ ਨਹੀਂ ਦਿੰਦਾ, ਟੁੱਟਣ ਨਹੀਂ ਦਿੰਦਾ। ਜੇ ਇਨਸਾਨ ਕਿਤੇ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਮ ਨੂੰ ਜਪ ਕੇ, ਵਾਹਿਗੁਰੂ ਦੇ ਨਾਮ ਨੂੰ ਜਪ ਲਵੇ, ਤੇ ਕਹਿੰਦੇ ਜੇ ਕਿਧਰੇ ਇਹ ਮਨੁੱਖ ਰੱਬ ਜੀ ਦੀ ਮਿੱਤਰਤਾ ਤੋਂ ਆਕੀ ਹੋ ਜਾਵੇ, ਥੱਕ ਜਾਵੇ, ਕਿਉਂਕਿ ਅਸੀਂ ਥੱਕ ਵੀ ਝੱਟ ਜਾਂਦੇ ਆ। ਕੁਝ ਸਾਲ ਹੋ ਜਾਣ, ਕੁਝ ਮਹੀਨੇ ਹੋ ਜਾਣ ਸਾਨੂੰ ਬਾਣੀ ਪੜ੍ਹਦਿਆਂ ਨੂੰ, ਉਸ ਤੋਂ ਬਾਅਦ ਸਾਨੂੰ ਥਕੇਵਾਂ ਮਹਿਸੂਸ ਹੁੰਦਾ ਹੈ, ਅਜੇ ਤੱਕ ਰੱਬ ਜੀ ਦੀ ਕੋਈ ਕਿਰਪਾ ਤਾਂ ਹੋਈ ਨਹੀਂ ਹੈ, ਇਸ ਕਰਕੇ ਮੈਂ ਬਾਣੀ ਕਿਉਂ ਪੜ੍ਹਾਂ। ਕਿੰਨਾ ਸਮਾਂ ਹੋ ਗਿਆ ਬਾਣੀ ਪੜ੍ਹਦਿਆਂ ਨੂੰ, ਕੁਝ ਲਾਭ ਨਹੀਂ ਹੋਇਆ, ਕੁਝ ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਅਸੀਂ ਬਾਣੀ ਨੂੰ ਛੱਡ ਦਿੰਦੇ ਹਾਂ। ਪਰ ਸਤਿਗੁਰੂ ਜੀ ਅਜਿਹਾ ਨਹੀਂ ਹੈ। ਜਦੋਂ ਵੀ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਹਾਂ, ਚਾਹੇ ਉਹ ਚਮਕੌਰ ਦੀ ਗੜੀ ਹੋਵੇ, ਚਾਹੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਹੋਵੇ, ਜਦੋਂ ਵੀ ਬੇਦਾਵੇ ਦੀ ਗੱਲ ਆਉਂਦੀ ਹੈ, ਸਿੱਖਾਂ ਵੱਲੋਂ ਲਿਖਿਆ ਜਾਂਦਾ ਹੈ ਵੀ ਅਸੀਂ ਤੁਹਾਡੇ ਸਿੱਖ ਨਹੀਂ ਆ। ਪਰ ਬਹੁਤ ਘੱਟ ਇਹੋ ਜਿਹੇ ਕਿਧਰੇ ਚਾਂਸ ਬਣੇ, ਇਹੋ ਜਿਹੇ ਕਿਧਰੇ ਮਾਹੌਲ ਬਣਿਆ ਜਿੱਥੇ ਗੁਰੂ ਨੇ ਆਖਿਆ ਵੀ ਤੂੰ ਸਾਡਾ ਸਿੱਖ ਨਹੀਂ ਹੈ। ਕਦੀ ਨਹੀਂ ਆਖਿਆ। ਗੁਰੂ ਨੇ ਸਗੋਂ ਹਮੇਸ਼ਾ ਸਾਨੂੰ ਆਪਣੇ ਗਲ ਨਾਲ ਲਾ ਲਿਆ, ਹਮੇਸ਼ਾ ਤੋਂ ਆਪਣੇ ਗਲ ਨਾਲ ਲਾਇਆ। ਉਹਨੇ ਕਦੀ ਨਹੀਂ ਆਖਿਆ ਵੀ ਤੂੰ ਮੇਰਾ ਸਿੱਖ ਨਹੀਂ ਹੈ। ਸਗੋਂ ਸਿੱਖਾਂ ਨੇ ਆਖ ਦਿੱਤਾ ਸੀ ਗੁਰੂ ਨੂੰ ਵੀ ਤੂੰ ਸਾਡਾ ਗੁਰੂ ਨਹੀਂ ਹੈ। ਪਰ ਗੁਰੂ ਸਾਹਿਬ ਜੀ ਨੇ ਫਿਰ ਵੀ ਕਿਰਪਾ ਕੀਤੀ, ਉਹਨਾਂ ਭਟਕਿਆਂ ਹੋਇਆਂ ਨੂੰ ਆਪਣੇ ਨਾਲ ਲਾ ਲਿਆ, ਕਦੀ ਨਹੀਂ ਆਖਿਆ। ਔਰ ਗੁਰਬਾਣੀ ਦੇ ਵਿੱਚ ਵੀ ਸ਼ਬਦ ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਔਰ ਧਾਰੋ। ਕਹਿੰਦੇ ਨੇ ਜਿਹੜੇ ਨਾਮ ਦੀ ਮਿੱਤਰਤਾ ਬਣ ਗਈ ਨਾ, ਜਿਹਨੇ ਨਾਮ ਨੂੰ ਆਪਣਾ ਮਿੱਤਰ ਬਣਾ ਲਿਆ, ਫਿਰ ਉਹ ਵਸਤੂ ਤਜੀ ਨਹੀਂ ਜਾ ਸਕਦੀ। ਨਿਤ ਨਿਤ ਰੱਖ ਔਰ ਧਾਰੋ। ਪ੍ਰਮਾਤਮਾ ਉਸ ਇਨਸਾਨ ਨੂੰ ਆਪਣੇ ਤੋਂ ਦੂਰ ਜਾਣ ਹੀ ਨਹੀਂ ਦਿੰਦਾ। ਵਾਹਿਗੁਰੂ ਆਪਣੇ ਤੋਂ ਦੂਰ ਜਾਣ ਹੀ ਨਹੀਂ ਦਿੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਬੰਦੇ ਦੀ ਇਹੋ ਜਿਹੀ ਮਿੱਤਰਤਾ ਹੈ, ਉਹਨੇ ਆਪ ਤਾਂ ਮਰਨਾ ਹੀ ਮਰਨਾ ਹੈ, ਨਾਲ ਦੂਸਰੇ ਇਨਸਾਨ ਨੂੰ ਵੀ ਖਤਮ ਕਰ ਦਿੰਦਾ ਹੈ, ਦੂਸਰੇ ਇਨਸਾਨ ਨੂੰ ਵੀ ਮਾਰ ਦਿੰਦਾ ਹੈ। ਕਹਿੰਦੇ ਨੇ ਅਜਿਹਾ ਮਨੁੱਖ ਇਹ ਨਹੀਂ ਵੇਖਦਾ ਕਿ ਇਸ ਦਾ ਹਿਰਦਾ ਨਿਰਮਲ ਹੈ। ਇਸ ਕਰਕੇ ਸਾਕਤ ਬੰਦੇ ਦੇ ਕੋਲੋਂ ਜਿੰਨਾ ਹੀ ਜਲਦੀ ਹੋ ਸਕੇ ਤੋਂ ਦੂਰ ਭੱਜ ਜਾ, ਉਹਦੇ ਨਾਲ ਨੇੜੇ ਨਾ ਬੈਠ, ਉਹਦੇ ਕੋਲ ਨਾ ਬੈਠ। ਸਾਕਤ ਕਿਹੋ ਜਿਹਾ ਹੁੰਦਾ ਹੈ? ਸਾਕਤ ਮਨੁੱਖ ਉਹ ਹੁੰਦਾ ਹੈ ਜਿਹਨੇ ਕਦੀ ਵੀ ਕਿਸੇ ਦੇ ਬਾਰੇ ਸੋਚਣਾ ਨਹੀਂ ਹੈ, ਕਦੀ ਵੀ ਕਿਸੇ ਦੀ ਮਾਲ ਹਾਨੀ ਬਾਰੇ ਸੋਚਣਾ ਨਹੀਂ ਹੈ। ਕੇਵਲ ਉਹਨੂੰ ਆਪਣੇ ਆਪ ਨਾਲ ਜੁੜੇ ਰਹਿਣ ਦਾ ਫਲ ਹੈ ਕਿ ਕੇਵਲ ਮੈਂ ਆਪਣੇ ਘਰ ਨੂੰ ਭਰਨਾ ਹੈ। ਦੂਜਾ ਚਾਹੇ ਮਰ ਰਿਹਾ ਹੈ, ਦੂਸਰਾ ਇਨਸਾਨ ਚਾਹੇ ਸੜ ਰਿਹਾ ਹੈ, ਉਸ ਦੀ ਉਹਨੂੰ ਕੋਈ ਪਰਵਾਹ ਨਹੀਂ ਹੈ। ਭਾਵ ਕਿ ਦਇਆ ਨਾ ਹੋਣੀ। ਜਿਸ ਬੰਦੇ ਦੇ ਅੰਦਰ ਦਇਆ ਨਹੀਂ ਹੈਗੀ, ਉਸ ਨੂੰ ਗੁਰਬਾਣੀ ਦੇ ਵਿੱਚ ਸਾਕਤ ਆਖਿਆ ਗਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਬੰਦੇ ਦੀ ਦੋਸਤੀ ਇਹੋ ਜਿਹੀ ਹੈ, ਭਾਵੇਂ ਜਿੰਨੇ ਮਰਜ਼ੀ ਅਸੀਂ ਛੁਪਾ ਕੇ ਰੱਖੀਏ ਕਿ ਸਾਡੇ ਔਗਣ ਛੁਪ ਜਾਣ। ਕਹਿੰਦੇ ਨੇ ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਣ।
ਕਹਿੰਦੇ ਜਿਵੇਂ ਲਸਣ ਦੀ ਗੰਢੀ ਖਾ ਲਈ ਹੋਵੇ, ਕੋਨੇ ਬੈਠੇ ਖਾਈਏ, ਖਾਧੀ ਤਾਂ ਅਸੀਂ ਓਲੇ ਬੈਠ ਕੇ। ਪਰ ਕਹਿੰਦੇ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰੇ, ਸੰਸਾਰ ਦੇ ਲੋਕਾਂ ਦੇ ਨਾਲ ਗੱਲਾਂ ਕੀਤੀਆਂ, ਤੇ ਗੱਲਾਂ ਕਰਦਿਆਂ ਕਰਦਿਆਂ ਸਾਡੇ ਮੂੰਹ ਦੀ ਜਿਹੜੀ ਵਾਸ਼ਨਾ ਸੀਗੀ, ਸਾਡੇ ਮੂੰਹ ਦੀ ਜਿਹੜੀ ਸੁਗੰਧ ਸੀ, ਉਸ ਦੇ ਵਿੱਚੋਂ ਉਹ ਲਸਣ ਦੀ ਗੰਢੀ ਨੇ ਆਪਣਾ ਜਿਹੜਾ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ, ਆਪਣੀ ਗੰਧ, ਆਪਣੀ ਸੁਗੰਧ ਪ੍ਰਗਟਾਉਣੀ ਕੀਤੀ, ਜਿਸ ਤੋਂ ਪਤਾ ਲੱਗ ਗਿਆ ਕਿ ਇਸ ਬੰਦੇ ਨੇ ਲਸਣ ਦੀ ਗੰਢੀ ਖਾਧੀ ਹੈ। ਇਵੇਂ ਸਾਕਤ ਬੰਦੇ ਦੀ ਦੋਸਤੀ ਹੈ। ਜਿਤਨਾ ਮਰਜ਼ੀ ਅਸੀਂ ਛੁਪਾਉਣ ਦਾ ਯਤਨ ਕਰ ਲਈਏ, ਜਿੰਨੀ ਮਰਜ਼ੀ ਅਸੀਂ ਉਹਨੂੰ ਓਲੇ ਰੱਖਣ ਦਾ ਯਤਨ ਕਰ ਲਈਏ, ਪ੍ਰਗਟ ਹੋਏ ਨਿਦਾਨ, ਉਹਨੇ ਪ੍ਰਗਟ ਹੋ ਕੇ ਹੀ ਰਹਿਣਾ ਹੈ। ਪਰ ਸਤਿਗੁਰੂ ਜੀ ਦਾ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਇਸ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਾਧ ਕੇ ਸੰਗ ਸਭ ਕੁੱਲ ਉਧਾਰੈ। ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਨਾ, ਉਹ ਆਪਣੀਆਂ ਕੁੱਲਾਂ ਨੂੰ ਉਤਾਰ ਲੈਂਦਾ ਹੈ, ਆਪਣੇ ਪਰਿਵਾਰ ਦਾ ਉਧਾਰ ਕਰ ਲੈਂਦਾ ਹੈ। ਤੇ ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਇੱਕੋ ਇੱਕ ਮਿੱਤਰ ਜਿਨ੍ਹਾਂ ਬਣਾ ਲਿਆ, ਤੇ ਉਹਨਾਂ ਨੇ ਗੁਰੂ ਅੱਗੇ ਅਰਦਾਸ ਕੀਤੀ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਮੀਤ ਦਾ ਅਰਥ ਹੁੰਦਾ ਹੈ ਮਿੱਤਰ। ਕਿ ਹੇ ਮੇਰੇ ਮਿੱਤਰ, ਮੇਰੇ ਦੋਸਤ, ਮੇਰੇ ਹਿਰਦੇ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਨਾਮ ਦਾ ਪ੍ਰਕਾਸ਼ ਕਰ ਦਿਓ, ਭਾਵ ਕਿ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਟਿਕਾ ਦਿਓ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਵੈਸੇ ਨਾ ਇਸ ਸ਼ਬਦ ਦੀਆਂ ਜਿਹੜੀਆਂ ਪੰਕਤੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਟੁਕਦੀਆਂ ਨੇ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਭਾਵ ਕਿ ਮੇਰੇ ਪ੍ਰਾਣਾਂ ਦਾ ਸਹਾਇਕ ਹੈ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ। ਅੱਜ ਦੇ ਸਮੇਂ ਦੇ ਵਿੱਚ ਇਹ ਮੈਂ ਮਜ਼ਾਕ ਨਹੀਂ ਕਰਦਾ, ਜਾਂ ਕਿਸੇ ਦੇ ਉੱਪਰ ਮੁਸੀਬਤ ਪਈ ਹੈ ਤੇ ਅਸੀਂ ਕਹਿ ਦਈਏ ਵੀ ਨਹੀਂ ਹੁਣ ਇਸ ਨੂੰ ਗੱਲਾਂ ਬਣਾ ਕੇ ਦਸੀਏ। ਅਸਲ ਦੇ ਵਿੱਚ ਇਹ ਮਾਹੌਲ ਹੀ ਇਦਾਂ ਦਾ ਬਣ ਗਿਆ। ਅੱਜ ਦੇ ਸਮੇਂ ਦੇ ਵਿੱਚ ਕਈ ਲੋਕਾਂ ਨੇ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਆਕਸੀਜਨ ਵਾਲੇ ਜਿਹੜੇ ਸਿਲੰਡਰ ਨੇ ਉਹ ਰੱਖੇ ਹੋਏ ਨੇ। ਕਿਸ ਵਾਸਤੇ? ਵੀ ਬਾਈ ਚਾਂਸ ਸਾਡੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਵੀ ਸਾਹ ਲੈਣ ਦੇ ਵਿੱਚ ਕੋਈ ਪ੍ਰੋਬਲਮ ਆਈ, ਸਾਹ ਲੈਣ ਦੇ ਵਿੱਚ ਕੋਈ ਦਿੱਕਤ ਆਵੇਗੀ, ਇਹ ਸਾਡੇ ਕੋਲ ਪਿਆ ਹੋਏਗਾ ਨਾ। ਕਿਉਂ? ਸਾਨੂੰ ਪਤਾ ਵੀ ਇਸ ਤੋਂ ਬਿਨਾਂ ਪ੍ਰਾਣ ਨਹੀਂ ਬਚਣਗੇ। ਅਸੀਂ ਪਹਿਲਾਂ ਇੰਤਜ਼ਾਮ ਕੀਤਾ, ਜਦੋਂ ਪਤਾ ਹੋਵੇ ਕਿ ਰੱਬ ਜੀ ਦੇ ਨਾਮ ਤੋਂ ਬਿਨਾਂ ਪ੍ਰਾਣਾਂ ਦਾ ਕੋਈ ਵੀ ਲਾਭ ਨਹੀਂ ਹੈ, ਪਰਮਾਤਮਾ ਦਾ ਨਾਮ ਮੇਰੇ ਪ੍ਰਾਣਾਂ ਦਾ ਸਖਾਈ ਹੈ, ਤੇ ਬੰਦਾ ਰੱਬ ਦੇ ਨਾਮ ਨੂੰ ਕਦੇ ਛੱਡੇਗਾ ਨਹੀਂ। ਕਿੰਨੀ ਕੁ ਪ੍ਰੀਤ ਹੈ, ਕਿਉਂਕਿ ਉਨੀ ਹੀ ਪ੍ਰੀਤ ਹੈ ਜਿਵੇਂ ਸਾਨੂੰ ਜਿਉਣ ਦੇ ਸਹਾਰੇ, ਅੱਜ ਸਾਨੂੰ ਜਿਉਣ ਦਾ ਸਹਾਰਾ ਕੇਵਲ ਸਾਡੇ ਲਈ ਆਕਸੀਜਨ ਬਣੀ ਹੋਈ ਹੈ। ਤੇ ਕਈਆਂ ਨੇ ਆਪਣੇ ਘਰ ਦੇ ਵਿੱਚ ਪਹਿਲਾਂ ਹੀ ਖਰੀਦ ਕੇ ਰੱਖੇ ਹੋਏ ਨੇ, ਕਈਆਂ ਨੇ ਆਪਣੇ ਘਰ ਦੇ ਵਿੱਚ ਪਹਿਲਾਂ ਹੀ ਰੱਖੇ ਹੋਏ ਨੇ, ਰਿਸ਼ਤੇਦਾਰਾਂ ਨੂੰ ਦੱਸਿਆ ਹੋਇਆ ਵੀ ਕਿਤੇ ਵੀ ਲੋੜ ਪੈ ਜੇ ਸਾਨੂੰ ਦੱਸ ਦਿਓ, ਸਾਡੇ ਕੋਲ 4 ਪਏ ਨੇ। ਕਿਉਂ? ਕਿਸੇ ਵੇਲੇ ਵੀ ਪ੍ਰਾਣਾਂ ਨੂੰ ਦਿੱਕਤ ਆ ਸਕਦੀ ਹੈ, ਸਾਹ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਤੇਰਾ ਨਾਮ ਮੇਰੇ ਪ੍ਰਾਣਾਂ ਦਾ ਸਹਾਇਕ ਹੈ, ਇਸ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ, ਹੈ ਮੇਰੇ ਮਿੱਤਰ ਮੈਂ ਤੇਰੇ ਅੱਗੇ ਇੱਕ ਅਰਦਾਸ ਕਰਦਾ ਹੈ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਕੁਜੰਤੀਆਂ। ਕਹਿੰਦੇ ਨੇ ਮੈਂ ਉਸ ਰੱਬ ਜੀ ਨੂੰ ਲੱਭਣ ਵਾਸਤੇ ਤੁਰਿਆ ਹਾਂ, ਇਸ ਕਰਕੇ ਮੇਰੀ ਮਦਦ ਕਰ। ਸੁਣ ਯਾਰ, ਯਾਰ ਮਿੱਤਰ ਨੂੰ ਕਹਿੰਦੇ ਨੇ। ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆਂ, ਤਿਸ 10 ਪਿਆਰੇ ਸਿਰ ਧਰੀ ਉਤਾਰੇ। ਮੈਨੂੰ ਉਹਦੇ ਬਾਰੇ ਦੱਸਦਾ ਸਹੀ, ਕੁਟੰਬ ਕਿਵੇਂ ਤਾਰਿਆ ਜਾਂਦਾ ਹੈ। ਸਾਧ ਕੇ ਸੰਗ ਸਭ ਕੁੱਲ ਉਧਾਰੇ, ਤੇ ਕੁੱਲ ਉਧਾਰਨ ਵਾਸਤੇ ਲੋਕ ਕੀ ਕੀ ਕਰਦੇ ਨੇ ਕਿ ਸਾਡੀਆਂ ਕੁੱਲਾਂ ਤਰ ਜਾਣ। ਅਸੀਂ ਦੂਸਰੇ ਇਨਸਾਨ ਨੂੰ, ਸਾਡੀ ਬਿਰਤੀ ਤੇ ਧਾਰਮਿਕ ਲੋਕਾਂ ਦੀ ਬਿਰਤੀ ਦੇ ਵਿੱਚ ਪਰਿਵਾਰ ਦਾ ਉਧਾਰ ਕਰਨ ਦਾ ਕਿੰਨਾ ਕੁ ਫਰਕ ਹੁੰਦਾ ਹੈ। ਅਸੀਂ ਮਿਹਨਤ ਕਰਦੇ ਹਾਂ, ਮਿਹਨਤ ਕਰਦੇ ਕਰਦੇ ਬੰਦਾ ਪੜ੍ਹਾਈ ਕਰਦਾ ਹੈ, ਤੇ ਜਦੋਂ ਪੜ੍ਹਾਈ ਕਰਨ ਤੋਂ ਬਾਅਦ ਫਿਰ ਜਦੋਂ ਬਿਜ਼ਨਸ ਕਰਦਾ ਹੈ, ਬਿਜ਼ਨਸ ਕਰਨ ਤੋਂ ਬਾਅਦ ਵੀ ਉਹਨੂੰ ਤਨਖਾਹ ਮਿਲਦੀ ਹੈ, ਔਰ ਤਨਖਾਹ ਮਿਲਣ ਤੋਂ ਬਾਅਦ ਫਿਰ ਵੀ ਉਹ ਰਿਸ਼ਵਤਖੋਰ ਹੋ ਜਾਂਦਾ ਹੈ। ਕਿਸ ਵਾਸਤੇ? ਇਸ ਵਾਸਤੇ ਕਿ ਮੈਂ ਜੋੜ ਲਵਾਂ, ਜਿੰਨਾ ਕੁ ਹੋ ਜਲਦੀ ਹੋ ਸਕਦਾ ਮੈਂ ਜੋੜ ਲਵਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਬਣਿਆ ਰਵੇ।
ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਉਜਵਲ ਹੋ ਜਾਵੇ, ਸਾਫ਼ ਹੋ ਜਾਵੇ, ਚੰਗਾ ਹੋ ਜਾਵੇ। ਔਰ ਸਭ ਤੋਂ ਵੱਧ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ। ਤੇ ਸਿਆਣਾ ਵੀ ਅਸੀਂ ਉਹਨੂੰ ਹੀ ਸਮਝਦੇ ਹਾਂ ਜਿਹੜਾ ਠੱਗੀਆਂ ਮਾਰ ਕੇ ਆਪਣੇ ਘਰ ਨੂੰ ਭਰ ਲਵੇ। ਜਿਹੜਾ ਠੱਗੀ ਨਹੀਂ ਨਾ ਮਾਰਦਾ, ਤੇ ਲੋਕੀ ਕਹਿ ਦਿੰਦੇ ਨੇ ਇੰਨੇ ਸਾਲ ਹੋ ਗਏ ਇਹਨੂੰ ਨੌਕਰੀ ਕਰਦਿਆਂ, ਇਹਨੇ ਕੀ ਬਣਾਇਆ, ਕੁਛ ਲਾਭ ਨਾ ਖੱਟ ਸਕਿਆ। ਇਹ MLA ਤਾਂ ਬਣ ਗਿਆ ਪਰ ਇਹਨੇ ਲੋਕਾਂ ਦਾ ਹੀ ਸਵਾਰਿਆ, ਇਹਨੇ ਆਪ ਦਾ ਕੁਛ ਨਹੀਂ ਸਵਾਰਿਆ, ਤੇ ਅਸੀਂ ਉਹਨੂੰ ਬੁਰਾ ਕਹਿਣ ਲੱਗ ਜਾਂਦੇ ਆ। ਜਿਹੜਾ ਬੰਦਾ ਆਪਣੇ ਘਰ ਨੂੰ ਇਕੱਠਾ ਕਰਨ ਲੱਗ ਪਵੇ ਤੇ ਦੂਜਿਆਂ ਦਾ ਕੁਛ ਸਵਾਰੇ ਨਾ, ਅਸੀਂ ਉਹਨੂੰ ਕਹਿ ਦਿੰਦੇ ਵੀ ਇਹ MLA ਬਹੁਤ ਸਿਆਣਾ ਹੈ, ਵੀ ਕੁਝ ਬਣਾਇਆ ਤਾਂ ਹੈ ਨਾ, ਕੁਝ ਕੀਤਾ ਤਾਂ ਹੈਗਾ ਨਾ ਘਰ ਵਾਸਤੇ। ਅਸਲ ਦੇ ਵਿੱਚ ਸਾਡੀ ਪਰਮਾਤਮਾ ਦੇ ਨਾਲੋਂ ਬਣਦੀ ਇਸ ਕਰਕੇ ਨਹੀਂ, ਅਸੀਂ ਸਿਆਣਾ ਉਹਨੂੰ ਸਮਝਦੇ ਆ ਜਿਹਨੇ ਲੁੱਟ ਕੇ ਤਿਜੋਰੀਆਂ ਘਰ ਭਰਿਆ, ਚੰਗਾ ਮਹਿਲ ਖੜਾ ਕਰ ਲਿਆ, ਜਿਹਨੇ 2 ਟਾਈਮ ਦੀ ਰੋਟੀ ਖਾਧੀ ਧੰਨਵਾਦ ਕੀਤਾ, ਜਿੰਨੀ ਕੋ ਨੂੰ ਤਨਖਾਹ ਮਿਲੀ ਉਸੇ ਦੇ ਵਿੱਚ ਰੱਬ ਜੀ ਦਾ ਧੰਨਵਾਦ ਕਰਦਾ ਰਿਹਾ, ਉਹ ਸਾਡੀ ਨਜ਼ਰ ਦੇ ਵਿੱਚ ਕਮਲਾ ਹੈ। ਪਰ ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਉਹ ਸਿਆਣਾ ਹੈ। ਸਾਡੀ ਨਜ਼ਰ ਦੇ ਵਿੱਚ ਉਹ ਸਿਆਣਾ ਹੈ ਜਿਹਨੇ ਦੂਜਿਆਂ ਨੂੰ ਲੁੱਟਿਆ ਹੋਵੇ, ਆਪਣੇ ਘਰ ਬਹੁਤ ਵੱਡੇ ਮਹਿਲ ਬਣਾ ਲਏ ਹੋਣ, ਬਿਜ਼ਨਸ ਖੜਾ ਕਰ ਲਿਆ ਹੋਵੇ, ਰਿਸ਼ਵਤ ਖੋਰੀ ਹੋਵੇ, ਉਹ ਬੰਦਾ ਸਿਆਣਾ ਹੋ ਜਾਂਦਾ ਵੀ ਕੁਝ ਬਣਾਇਆ ਹੈ ਘਰ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਇਹ ਬੰਦਾ ਸੋਚਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀਆਂ ਪੀੜ੍ਹੀਆਂ, ਮੇਰੇ ਆਉਣ ਵਾਲੇ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਮੈਂ ਕੁਝ ਜੋੜ ਕੇ ਰੱਖ ਲਵਾਂ। ਤੇ ਜਦੋਂ ਇਹ ਜੋੜ ਲੈਂਦਾ ਹੈ ਉਸ ਘਰ ਦੇ ਵਿੱਚ ਘਰ-ਬਾਰ ਖੜਾ ਕਰ ਲੈਂਦਾ ਹੈ, ਮਹਿਲ ਮਾੜੀਆਂ ਖੜਾ ਕਰ ਲੈਂਦਾ ਹੈ, ਧਨ ਰੱਖ ਲੈਂਦਾ ਹੈ ਜੋੜ ਕੇ, ਹੋਰ ਸਾਜੋ ਸਮਾਨ ਘਰ ਦੇ ਵਿੱਚ ਪਹਿਲਾਂ ਹੀ ਰੱਖ ਲੈਂਦਾ ਹੈ, ਉਹਨੂੰ ਕਹਿ ਦਿੱਤਾ ਜਾਂਦਾ ਹੈ ਸਿਆਣਾ। ਪਰ ਧਾਰਮਿਕ ਦੁਨੀਆ ਦੇ ਵਿੱਚ ਕੁੱਲ ਨੂੰ ਉਧਾਰਨਾ ਕੀ ਹੈ, ਆਪਣੀ ਕੁੱਲ ਦਾ ਭਲਾ ਕਰਨਾ ਕੀ ਹੈ। ਧਾਰਮਿਕ ਦੁਨੀਆ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਵੇਂ ਆਪਣੀ ਕੁੱਲ ਨੂੰ ਉਧਾਰਿਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪੁੱਤਰ ਹਨ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਪੁੱਤਰ ਨੇ। ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਕਿਵੇਂ ਆਪਣੀ ਕੁੱਲ ਨੂੰ ਤਾਰਿਆ ਜਾਂਦਾ ਹੈ, ਪਾਰ ਉਤਾਰਿਆ ਜਾਂਦਾ ਹੈ। ਇਹ ਕੁੱਲ ਚੱਲੀ ਗੁਰੂ ਰਾਮਦਾਸ ਸਾਹਿਬ ਜੀਆਂ ਤੋਂ। ਗੁਰੂ ਰਾਮਦਾਸ ਸਾਹਿਬ ਜੀ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀਆਂ ਦੇ ਕੋਲ ਪਹੁੰਚਦੇ ਨੇ, ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੰਦੇ ਨੇ ਬੀਬੀ ਭਾਨੀ ਜੀ ਦਾ। ਲੋਕਾਂ ਨੇ ਆਖਿਆ ਗੁਰੂ ਅਮਰਦਾਸ ਸਾਹਿਬ ਜੀਆਂ ਨੇ ਭਾਈ ਜੇਠਾ ਜੀ ਦੇ ਵਿੱਚ ਕੀ ਵੇਖਿਆ, ਜੰਮਿਆ ਲਾਹੌਰ ਦੇ ਵਿੱਚ ਹੈ, ਰਹਿੰਦਾ ਨਾਨਕੇ ਬਾਸਰ ਕੇ ਹੈ, ਮਾਤਾ ਪਿਤਾ ਖਤਮ ਹੋ ਗਏ ਹਨ, ਕੋਈ ਕਮਾਈ ਦਾ ਸਾਧਨ ਨਹੀਂ ਹੈ, ਕੋਈ ਜ਼ਮੀਨ ਜਾਇਦਾਦ ਨਾਮ ਨਹੀਂ ਲੱਗੀ ਹੋਈ, ਪਿੱਛੇ ਕੁੱਲ ਦਾ ਕੋਈ ਪਤਾ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀਆਂ ਨੇ ਕੀ ਵੇਖਿਆ, ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ ਫਿਰ ਕਿ ਇਸ ਇਨਸਾਨ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਜੀ ਦੇ ਪ੍ਰਤੀ ਪ੍ਰੀਤ ਹੈ, ਵਾਹਿਗੁਰੂ ਜੀ ਦੇ ਪ੍ਰਤੀ ਪ੍ਰੀਤ ਹੈ। ਇੰਨੇ ਸਾਲ ਗਰੀਬੀ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਸਾਹਿਬ ਜੀ ਭਾਈ ਜੇਠਾ ਜੀ ਕਦੀ ਧਨ ਨੂੰ ਵੇਖ ਕੇ ਲਾਲਚ ਨਹੀਂ ਕਰਦੇ। ਇੰਨੇ ਬੁਰੇ ਹਾਲਾਤਾਂ ਦੇ ਵਿੱਚ ਹੋਣ ਕਰਕੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ, ਛੋਲੇ ਵੇਚ ਕੇ ਗੁਜ਼ਾਰਾ ਕਰਦੇ ਸਨ। ਤੇ ਕਈ ਵਾਰੀ ਇਹੋ ਜਿਹਾ ਕੰਮ ਕਰਨਾ ਕਿ ਜਦੋਂ ਕੋਈ ਭਿਖਾਰੀ, ਕੋਈ ਭੁੱਖਾ ਹੱਥ ਅੱਡ ਕੇ ਖਲੋ ਜਾਣਾ ਕਿ ਪੁੱਤ ਤੇਰੇ ਕੋਲ ਕੁਛ ਹੈ ਤਾਂ ਮੈਨੂੰ ਦੇ ਦੇ, ਮੇਰੇ ਕੋਲ ਰੁਪਈਏ ਨਹੀਂ ਹਨ, ਤੇ ਉਸ ਭੁੱਖੇ ਦਾ ਢਿੱਡ ਭਰਨਾ। ਗੁਰੂ ਰਾਮਦਾਸ ਸਾਹਿਬ ਜੀਆਂ ਨੇ, ਭਾਈ ਜੇਠਾ ਜੀ ਨੇ ਉਸ ਸਮੇਂ ਦੇ ਵਿੱਚ, ਤੇ ਸਭ ਤੋਂ ਔਖਾ ਕੰਮ ਹੁੰਦਾ ਹੈ ਗਰੀਬੀ ਦੀ ਅਵਸਥਾ ਦੇ ਵਿੱਚ ਦਾਨ ਕਰਨਾ। ਉਦੋਂ ਤਾਂ ਆਪਦਾ ਹੀ ਢਿੱਡ ਨਹੀਂ ਭਰ ਸਕਦੇ, ਤੇ ਉਦੋਂ ਆਪਾਂ ਦਾਨ ਕਿਸੇ ਦਾ ਕਿਵੇਂ ਦਾਨ ਕਰ ਸਕਦੇ ਆ। ਪਰ ਉਸ ਦਾਨ ਨੂੰ ਸਫਲ ਕੀਤਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ। ਬੀਬੀ ਭਾਨੀ ਜੀ ਦਾ ਰਿਸ਼ਤਾ ਹੋਇਆ। ਰਿਸ਼ਤਾ ਹੋਣ ਤੋਂ ਬਾਅਦ ਕਹਿੰਦੇ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਰਖ ਲਈ ਗਈ। ਗੁਰਗੱਦੀ ਤਦੋਂ ਉਹਨਾਂ ਨੂੰ ਪ੍ਰਾਪਤ ਹੋਈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਗੱਦੀ ਪਰ ਬਿਰਾਜਮਾਨ ਹੁੰਦੇ ਨੇ। ਕੁੱਲ ਨੂੰ ਉਧਾਰਨਾ, ਪੈਸੇ ਜੋੜਨਾ ਨਹੀਂ ਹੁੰਦਾ।
ਵੀ ਪੈਸੇ ਜੋੜ ਲਏ, ਲੰਬੀ ਕਤਾਰ ਦੇ ਵਿੱਚ ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਪੈਸਾ ਨਹੀਂ ਖਤਮ ਹੁੰਦਾ। ਕੀ ਹੈ ਜੀ, ਇਸ ਨੇ ਆਪਦੇ ਪਰਿਵਾਰ ਨੂੰ ਤਾਰ ਲਿਆ। ਇਹ ਹੁਣ ਪਰਿਵਾਰ ਉਜੜਦਾ ਨਹੀਂ ਹੈ ਛੇਤੀ, ਪਰ ਗੁਰਬਾਣੀ ਦੇ ਵਿੱਚ ਉਹਨਾਂ ਦੀ ਪ੍ਰੀਤ ਕਿਹੋ ਜੀ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਗੁਰਗੱਦੀ ਪਰ ਬਿਰਾਜਮਾਨ ਹੁੰਦੇ ਨੇ। ਉਹਨਾਂ ਨੂੰ ਤਤੀ ਤਵੀ ਦੇ ਉੱਪਰ ਬੈਠਣਾ ਪੈਂਦਾ ਹੈ। ਸਾਰਾ ਸੰਸਾਰ ਉਹਨਾਂ ਦੀ ਸ਼ੋਭਾ ਕਰਦਾ ਹੈ। ਉਹਨਾਂ ਦਾ ਪਰਿਵਾਰ ਧਾਰਮਿਕ ਦੁਨੀਆ ਦੇ ਵਿੱਚ, ਗੁਰੂ ਰਾਮਦਾਸ ਸਾਹਿਬ ਜੀ ਦਾ ਧਾਰਮਿਕ ਦੁਨੀਆ ਦੇ ਵਿੱਚ, ਇਹ ਉਹਨਾਂ ਦੀ ਅੱਗੇ ਪੀੜ੍ਹੀ ਚੱਲਦੀ ਪਈ ਹੈ ਨਾ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਉਹਨਾਂ ਦੀ ਪੀੜ੍ਹੀ ਚੱਲਦੀ। ਗੁਰੂ ਅਰਜਨ ਸਾਹਿਬ ਜੀ ਤਤੀ ਤਵੀ ਪਰ ਬੈਠੇ ਨੇ, ਤਦੋਂ ਵੀ ਅਕਾਲ ਪੁਰਖ ਪਰਮਾਤਮਾ ਜੀ ਦਾ ਧੰਨਵਾਦ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਹਾਂਗੀਰ ਬਾਦਸ਼ਾਹ ਚੰਦੂ ਦੇ ਕਹਿਣ ਉੱਪਰ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੰਦੇ ਨੇ, ਔਰ ਚੰਦੂ ਕਹਿੰਦਾ ਵੀ ਇੱਥੇ ਇਹਨਾਂ ਨੂੰ ਮਾਰ ਦੇਣਾ ਹੈ, ਇੱਥੇ ਇਹਨਾਂ ਨੂੰ ਖਤਮ। ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪ ਵੀ ਆਜ਼ਾਦ ਹੋਏ, ਆਪ ਵੀ ਬੰਧਨਾਂ ਦੇ ਵਿੱਚੋਂ, ਜਿਹੜਾ ਗਵਾਲੀਅਰ ਦਾ ਕਿਲਾ ਸੀ ਉਹਦੇ ਵਿੱਚੋਂ ਕੈਦ ਦੇ ਵਿੱਚੋਂ ਰਿਹਾ ਹੋਏ, ਔਰ 52 ਜਿਹੜੇ 22 ਧਾਰ ਦੇ ਰਾਜੇ ਸਨ ਉਹਨਾਂ ਨੂੰ ਵੀ ਰਿਹਾ ਕਰਵਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪੁੱਤਰ ਨੇ। ਦਿੱਲੀ ਦੇ ਵਿੱਚ ਆ ਕੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਬਲੀਦਾਨ ਸ਼ਬਦ ਵੈਸੇ ਗਲਤ ਕਹਿ ਰਹੇ ਹਾਂ, ਬਲੀ ਉਹਦੀ ਦਿੱਤੀ ਜਾਂਦੀ ਜਿਹਨੂੰ ਬੰਨ ਕੇ ਲਿਆਂਦਾ ਜਾਵੇ, ਪਰ ਉਹ ਆਪ ਆਏ ਸਨ ਕਿ ਜੇ ਭਾਈ ਤੈਨੂੰ ਚਾਹੁੰਦਾ ਹੈ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਮੈਂ ਤੇਰੇ ਧਰਮ ਨੂੰ ਕਬੂਲ ਕਰ ਲਵਾਂ ਤੇ ਸਮਝ ਲਾ ਆ ਬਾਕੀ ਹਿੰਦੂ ਵੀ ਸਾਰੇ ਤੇਰੇ ਧਰਮ ਦੇ ਵਿੱਚ ਆ ਜਾਣਗੇ। ਉਹਨੇ ਫਿਰ ਕੀ ਕੀਤਾ, ਔਰੰਗਜ਼ੇਬ ਨੇ ਪਹਿਲਾਂ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ, ਸਤੀ ਦਾਸ ਜੀ ਨੂੰ ਸ਼ਹੀਦ ਕੀਤਾ, ਦਿਆਲਾ ਜੀ ਨੂੰ ਸ਼ਹੀਦ ਕੀਤਾ। ਕਹਿਣ ਲੱਗੇ ਇਦਾਂ ਹੀ ਖਤਮ ਕਰ ਦੇਵਾਂਗੇ ਤੁਹਾਨੂੰ ਹੀ, ਇਸ ਕਰਕੇ ਦੀਨ ਕਬੂਲ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਮਨਾ ਕਰ ਦਿੱਤਾ, ਨਾ ਕਰ ਦਿੱਤੀ। ਔਰ ਉਹਨਾਂ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜੰਗਾਂ ਲੜੀਆਂ ਨੇ। ਵੇਖੋ ਕਿਹੋ ਜੀ ਮਿੱਤਰਤਾ ਹੈ, ਆਪ ਵੀ ਉਹ ਉਧਰਦਾ ਹੈ, ਆਪਣੀ ਕੁੱਲ ਵੀ ਉਧਾਰ ਲੈਂਦਾ ਹੈ। ਤੇ ਉਹਨਾਂ ਦੇ ਪੁੱਤਰ ਨੇ 4, ਜਿਨ੍ਹਾਂ ਨੂੰ ਆਪਾਂ ਸਾਹਿਬਜ਼ਾਦਿਆਂ ਦੇ ਨਾਮ ਨਾਲ ਯਾਦ ਕਰਦੇ ਹਾਂ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹਨੂੰ ਕਹਿੰਦੇ ਨੇ ਆਪਣੀ ਕੁੱਲ ਨੂੰ ਉਧਾਰ ਲੈਣਾ, ਆਪਣੀ ਕੁੱਲ ਨੂੰ ਉਧਾਰ ਲੈਣਾ। ਸਾਡੀ ਨਜ਼ਰ ਦੇ ਵਿੱਚ ਕੁੱਲ ਨੂੰ ਉਧਾਰਨਾ ਉਹ ਹੈ ਕਿ ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਧਨ ਖਤਮ ਨਹੀਂ ਹੁੰਦਾ। ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਪੈਸਾ ਇੰਨਾ ਜੁੜ ਗਿਆ, ਖਤਮ ਨਹੀਂ ਹੋਵੇਗਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਕੁੱਲ ਨੂੰ ਉਧਾਰਨਾ, ਗੁਰੂ ਅਰਜਨ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਕੁੱਲ ਨੂੰ ਉਧਾਰਨਾ, ਆਪਣੇ ਆਪ ਨੂੰ ਧਰਮ ਤੋਂ ਕੁਰਬਾਨ ਕਰਨਾ ਹੈ। ਜਿਹਨੇ ਆਪਣੀ ਕੁੱਲ ਨੂੰ, ਪਰਿਵਾਰ ਨੂੰ ਹੀ ਧਰਮ ਤੋਂ ਨਿਸ਼ਾਵਰ ਕਰ ਦਿੱਤਾ ਹੋਵੇ। ਜਦੋਂ ਆਪਾਂ ਪੁੱਤਰ ਦੇ ਸਿਰ ਵਾਰਵੇਂ ਕਰਦੇ ਆ ਨਾ, ਪੈਸਿਆਂ ਦਾ ਕੋਈ ਕਿਧਰੇ ਬੱਚੇ ਦਾ ਜਨਮ ਦਿਨ ਹੋਵੇ ਜਾਂ ਬੱਚੇ ਦਾ ਵਿਆਹ ਹੋਵੇ ਤੇ ਆਪਾਂ ਬੱਚੇ ਦੇ ਉੱਪਰੋਂ ਦੀ, ਸਿਰ ਦੇ ਉੱਪਰੋਂ ਦੀ ਪੈਸੇ ਵਾਰਦੇ ਆ, ਕਈ ਵਾਰੀ ਪੈਸਿਆਂ ਦੀ ਸੁੱਟ ਵੀ ਕਰਦੇ ਆ। ਇਹਦਾ ਮਤਲਬ ਹੁੰਦਾ ਹੈ ਸਾਡੇ ਬੱਚੇ ਦੀ ਕੀਮਤ ਜ਼ਿਆਦਾ ਹੈ, ਇਹ ਪੈਸੇ ਦੀ ਸਾਡੇ ਬੱਚੇ ਸਾਹਮਣੇ ਕੋਈ ਕੀਮਤ ਨਹੀਂ ਹੈ। ਇਸ ਕਰਕੇ ਅਸੀਂ ਪੈਸੇ ਨੂੰ ਉਡਾਉਣੇ ਆ ਉਹਨਾਂ ਦੇ ਸਿਰ ਦੇ ਉੱਪਰ, ਸਿਰ ਵਾਰਵੇਂ ਕਰਦੇ ਆ। ਤੇ ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਉਹ ਕਹਿੰਦੇ ਨੇ ਖਾਲਸੇ ਦੇ ਉੱਪਰੋਂ ਮੇਰੇ 4 ਪੁੱਤਰ ਵਾਰ ਦਿੱਤੇ ਜਾਣ, ਖਾਲਸੇ ਦੀ ਕੀਮਤ ਜ਼ਿਆਦਾ ਹੈ, ਕਿਉਂਕਿ ਖਾਲਸਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਖਾਲਸਾ ਹੈ ਉਹ ਪਰਮਾਤਮਾ ਜੀ ਦੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਹੈ, ਤੇ ਪ੍ਰਗਟ ਹੋਈ ਚੀਜ਼ ਕਦੇ ਨਾਸ਼ ਨਹੀਂ ਹੁੰਦੀ। ਪ੍ਰਗਟ ਹੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਵੀ ਇਹ ਆਖਿਆ ਜਾਂਦਾ ਹੈ ਪ੍ਰਗਟ ਗੁਰਾਂ ਕੀ ਦੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਆਪਾਂ ਜਨਮ ਵੇਲੇ ਕਰਦੇ ਹਾਂ ਉਦੋਂ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਜੀ ਦਾ ਰੂਪ ਆਪ ਸੰਸਾਰ ਦੇ ਵਿੱਚ ਪ੍ਰਗਟ ਹੋਇਆ, ਸਤਿਗੁਰ ਨਾਨਕ ਪ੍ਰਗਟਿਆ। ਔਰ ਉਹੀ ਗੁਰੂ ਜੋਤ ਜਿਹੜੀ ਹੈ, ਸਰੀਰ ਭਾਵੇਂ ਖਤਮ ਹੋਇਆ, ਕਿਉਂਕਿ ਸਰੀਰ ਦੀ ਆਯੂ ਹੈ, ਸਰੀਰ ਦੀ ਮਨਿਆਦ ਹੈ, ਉਮਰ ਦੀ ਮਨਿਆਦ ਹੈ, ਕੁਝ ਸਮਾਂ ਸਾਲ ਜੀਵਿਤ ਰਹੇਗੀ,
ਪਰ ਜਿਹੜੀ ਚੀਜ਼ ਪ੍ਰਗਟ ਹੋਈ, ਪ੍ਰਗਟ ਕੌਣ ਹੋਇਆ? ਗੁਰੂ ਪ੍ਰਗਟ ਹੋਇਆ। ਸਤਿਗੁਰੂ ਨਾਨਕ ਪ੍ਰਗਟਿਆ, ਗੁਰੂ ਪ੍ਰਗਟ ਹੋਇਆ, ਔਰ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਮੌਜੂਦ ਹੈ। ਫਿਰ ਖਾਲਸਾ ਵੀ ਪ੍ਰਗਟ ਹੋਇਆ ਹੈ। ਇਸ ਕਰਕੇ ਸਿੱਖ ਦੇ ਸਰੀਰ ਨੂੰ ਖਤਮ ਕੀਤਾ ਜਾ ਸਕਦਾ ਹੈ, ਸਿੱਖ ਦਾ ਸਰੀਰ ਖਤਮ ਕੀਤਾ ਜਾ ਸਕਦਾ, ਪਰ ਕਦੀ ਹੋਇਆ ਹੈ? ਅੱਜ ਤੱਕ ਕਿੰਨੇ ਸਮੇਂ ਤੋਂ ਲੈ ਕੇ ਮੈਨੂੰ ਲੱਗਦਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅਜੋਕੇ ਸਮੇਂ ਤੱਕ ਸਾਰੇ ਕਹਿੰਦੇ ਨੇ ਵੀ ਕੁਝ ਕੁ ਪਰਸੈਂਟ ਹੈਗੇ ਨੇ, ਇਹਨਾਂ ਨੂੰ ਖਤਮ ਕਰ ਦਿਓ, ਪਰ ਉਹ ਕੁਝ ਪਰਸੈਂਟ ਹੀ ਖਤਮ ਨਹੀਂ ਹੋਣ ਤੇ ਆ ਰਹੇ, ਕਿਉਂਕਿ ਉਹ ਪ੍ਰਗਟ ਹੋਏ ਨੇ, ਉਹ ਖਤਮ ਹੀ ਨਹੀਂ ਹੋ ਸਕਦੇ। ਪ੍ਰਗਟ ਗੁਰਾਂ ਕੀ ਦੇ ਤੇ ਖਾਲਸਾ ਪ੍ਰਗਟਿਓ ਖਾਲਸਾ, ਪਰਮਾਤਮਾ ਕੀ ਮੌਜ, ਪਰਮਾਤਮਾ ਜੀ ਦੀ ਮੌਜ ਦੇ ਵਿੱਚੋਂ, ਰੱਬ ਦੀ ਇਬਾਦਤ ਦੇ ਵਿੱਚੋਂ, ਖੁਸ਼ੀ ਦੇ ਵਿੱਚੋਂ ਇਹ ਪ੍ਰਗਟ ਹੋਇਆ ਹੈ ਖਾਲਸਾ। ਇਸ ਕਰਕੇ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਖਾਲਸੇ ਦੇ ਉੱਪਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਰਿਵਾਰ ਵਾਰ ਦਿੱਤਾ ਵੀ ਖਾਲਸਾ ਪ੍ਰਗਟ ਹੈ, ਖਾਲਸੇ ਦੀ ਕੀਮਤ ਜ਼ਿਆਦਾ ਹੈ। ਪਰਿਵਾਰ ਸਾਰਾ ਖਤਮ ਕਰ ਦਿੱਤਾ। ਤੇ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ। ਜਿਹੜਾ ਗੁਰੂ ਦੇ ਨਾਲ ਪ੍ਰੀਤ ਕਰਦਾ ਹੈ ਉਹ ਆਪ ਵੀ ਉਧਰ ਜਾਂਦਾ ਹੈ, ਉਹਦੇ ਮਿੱਤਰ ਵੀ ਉਧਰ ਜਾਂਦੇ ਨੇ, ਉਹਦਾ ਪਰਿਵਾਰ ਵੀ ਉਧਰ ਜਾਂਦਾ ਹੈ। ਭਾਵ ਕਿ ਨਿਸਤਾਰੇ ਤੋਂ ਅਰਥ ਹੁੰਦਾ ਹੈ ਤਰ ਜਾਂਦਾ ਹੈ ਭਾਵਜਲ ਸੰਸਾਰ ਦੇ ਜੀਵਨ ਦੇ ਵਿੱਚ। ਅੱਜ ਅਸੀਂ ਬਿਜ਼ਨਸਮੈਨ ਹੈ, ਕੱਲ ਸਾਡੇ ਬੱਚੇ ਬਿਜ਼ਨਸਮੈਨ ਹੋਣਗੇ, ਆਉਣ ਵਾਲੇ ਉਹਨਾਂ ਦੇ ਬੱਚੇ ਬਿਜ਼ਨਸਮੈਨ ਹੋਣਗੇ। ਜੋੜ ਲਿਆ ਅਸੀਂ, ਜੋੜੀ ਗਏ। ਕਿੰਨਿਆਂ ਦੇ ਘਰ ਨੂੰ ਲੁੱਟਿਆ, ਕਿੰਨਿਆਂ ਦੀ ਅਸੀਂ ਮਿਹਨਤ ਨਾ ਦਿੱਤੀ, ਕਿੰਨਿਆਂ ਦੇ ਅਸੀਂ ਹੱਕ ਮਾਰ ਕੇ ਅਸੀਂ ਆਪਣੇ ਘਰ ਨੂੰ ਭਰਿਆ, ਕਿੰਨੇ ਲੋਕਾਂ ਦੇ ਅਸੀਂ ਹੱਕ ਦਬਾਏ ਹੋਣਗੇ, ਕਿੰਨੇ ਲੋਕਾਂ ਦੇ ਨਾਲ ਅਸੀਂ ਧੋਖਾ ਕੀਤਾ ਹੋਵੇਗਾ। ਇਹ ਅਸੀਂ ਸਾਰੇ ਸਰੀਰ ਜਾਣਦੇ ਹਾਂ ਵੀ ਕਿੰਨੇ ਲੋਕਾਂ ਦੇ ਨਾਲ ਮੈਂ ਧੋਖਾ ਕੀਤਾ, ਕਿੰਨਿਆਂ ਲੋਕਾਂ ਦੇ ਮੈਂ ਪੈਸੇ ਕੁੱਟ ਲਏ, ਕਿੰਨਿਆਂ ਲੋਕਾਂ ਦੀ ਮੈਂ ਮਿਹਨਤ ਪੂਰੀ ਨਾ ਦਿੱਤੀ, ਕਿੰਨਾ ਕੁਛ ਅਸੀਂ ਕੀਤਾ ਇਸ ਸੰਸਾਰ ਦੇ ਵਿੱਚ ਇਸ ਪੈਸੇ ਨੂੰ, ਧਨ ਨੂੰ ਜੋੜਨ ਵਾਸਤੇ। ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਿੱਤਰ ਨੇ ਪੀਰ ਬੁੱਧੂ ਸ਼ਾਹ ਜੀ। ਇਹ ਮੁਸਲਮਾਨ ਘਰਾਣੇ ਦੇ ਨਾਲ ਸੰਬੰਧ ਰੱਖਦੇ ਨੇ। ਮਿੱਤਰਤਾ ਬਣ ਗਈ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ, ਸਾਈਂ ਮੀਆਂ ਮੀਰ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿੱਤਰਤਾ ਬਣੀ। ਇਵੇਂ ਹੀ ਕਹਿੰਦੇ ਨੇ ਇਹਨਾਂ ਦੀ ਮਿੱਤਰਤਾ ਬਣ ਗਈ। ਗੁਰੂ ਘਰ ਵਿਖੇ ਪਹੁੰਚੇ ਤੇ ਆਣ ਕੇ ਬਾਬਾ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ, ਭਾਵੇਂ ਕਿ ਉਮਰ ਛੋਟੀ ਹੈ, ਸੀਸ ਨਿਵਾਇਆ, ਸਿਰ ਝੁਕਾਇਆ, ਔਰ ਇੰਨੀ ਵੱਡੀ ਵਡਿਆਈ ਵੇਖੀ। 500 ਪਠਾਨ ਫੌਜ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤੇ ਕਿ ਸਤਿਗੁਰੂ ਜੀ ਇਹ ਫੌਜ ਜਿਹੜੀ ਹੈ ਮੈਂ ਆਪਣੀ ਫੌਜ ਦੇ ਵਿੱਚੋਂ ਕੁਝ ਕੁ ਫੌਜ ਤੁਹਾਨੂੰ ਦੇਣਾ ਹੈ, ਪਰ ਗੁਰੂ ਸਾਹਿਬ ਜੀ ਦਾ ਘਰ ਇਹੋ ਜਿਹਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹਨੂੰ ਕੰਠ ਨਾਲ ਲਾ ਲੈਂਦੇ ਨੇ, ਗਲ ਨਾਲ ਲਾ ਲੈਂਦੇ ਨੇ, ਭਜਾਉਂਦੇ ਨਹੀਂ ਹਨ, ਦੁਰਕਾਰਦੇ ਨਹੀਂ, ਮਾਰਦੇ ਨਹੀਂ, ਸ਼ਰਨ ਦੇ ਵਿੱਚ ਰੱਖ ਲੈਂਦੇ ਨੇ। ਤੇ ਕਹਿੰਦੇ ਜਦੋਂ ਭੰਗਾਣੀ ਦਾ ਯੁੱਧ ਹੋਇਆ 22 ਧਾਰ ਦੇ ਰਾਜਿਆਂ ਦੇ ਨਾਲ, ਜਿਨ੍ਹਾਂ ਦੇ ਵਿੱਚ ਹਰੀਚੰਦ ਰਾਜਾ ਵੀ ਹੈ, ਉਦੋਂ ਇਹ 500 ਪਠਾਨ ਜਿਹੜੇ ਰੱਖੇ ਸੀ ਇਹ ਦੌੜ ਜਾਂਦੇ ਨੇ। ਤੇ ਪੀਰ ਬੁੱਧੂ ਸ਼ਾਹ ਜੀ ਨੂੰ ਜਦੋਂ ਪਤਾ ਲੱਗਦਾ ਹੈ, ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਤੇ ਆਪਣੇ 500-700 ਹੋਰ ਮੁਰੀਦ ਫੌਜ ਨਾਲ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜੰਗ ਵਿੱਚ ਜੂਝਣ ਵਾਸਤੇ ਪਹੁੰਚ ਜਾਂਦਾ ਹੈ। ਔਰ 2 ਪੁੱਤਰ ਉਸ ਦੇ ਇਸ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਸ਼ਹੀਦ ਹੋਣ ਤੋਂ ਬਾਅਦ ਜਦੋਂ ਜੰਗ ਖਤਮ ਹੋਈ, ਹਰੀਚੰਦ ਰਾਜਾ ਮਾਰਿਆ ਗਿਆ, ਖਤਮ ਕਰ ਦਿੱਤਾ ਗਿਆ। ਤੇ ਕਹਿੰਦੇ ਜਦੋਂ ਬੱਚੇ ਸ਼ਹੀਦ ਹੋਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਸਮਾਂ ਬਾਅਦ, ਠਹਿਰਨ ਤੋਂ ਬਾਅਦ, ਆਪਣੇ ਸਿਰ ਦੇ ਵਿੱਚ ਕੰਘਾ ਕਰਦੇ ਪਏ ਨੇ, ਕੇਸਾਂ ਨੂੰ ਸਵਾਰਦੇ ਪਏ ਹਨ। ਤੇ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਜੀ ਪਹੁੰਚੇ, ਜਾ ਕੇ ਸਿਰ ਝੁਕਾਇਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੀਰ ਜੀ 2 ਪੁੱਤਰ ਸ਼ਹੀਦ ਹੋ ਗਏ ਨੇ, ਹੋਰ ਕਈ ਮੁਰੀਦ ਤੁਹਾਡੇ ਸ਼ਹੀਦ ਹੋਏ ਨੇ ਇਸ ਜੰਗ ਦੇ ਵਿੱਚ। ਜੋ ਤੁਹਾਡੇ ਦਿਲ ਦੇ ਵਿੱਚ ਖੁਸ਼ੀ ਹੈ, ਜੋ ਤੁਸੀਂ ਮੰਗਣਾ ਚਾਹੁੰਦੇ ਹੋ, ਅਕਾਲ ਪੁਰਖ ਪਰਮਾਤਮਾ ਜੀ ਦਾ ਘਰ ਬਹੁਤ ਵੱਡਾ ਹੈ, ਉਹੀ ਦੇ ਦਿੰਦਾ ਹੈ। ਅਕਾਲ ਪੁਰਖ ਪਰਮਾਤਮਾ ਅਸੀਂ ਅਰਦਾਸ ਕਰਾਂਗੇ। ਤੇ ਪੀਰ ਬੁੱਧੂ ਸ਼ਾਹ ਜੀ ਨੇ ਮੰਗਿਆ ਕਿ ਕਹਿਣ ਲੱਗਾ, ਮਹਾਰਾਜ ਕੁਛ ਨਹੀਂ ਚਾਹੀਦਾ,
ਜਦੋਂ ਤੁਸੀਂ ਕੇਸਾਂ ਦੇ ਵਿੱਚ ਕੰਘਾ ਕਰਦੇ ਪਏ ਹੋ, ਤੇ ਇਹ ਅਸੀਂ ਭਲੀ ਭਾਤ ਜਾਣਦੇ ਆ ਵੀ ਕੰਘਾ ਇਸ ਕਰਕੇ ਕੀਤਾ ਜਾਂਦਾ ਹੈ ਵੀ ਸਿਰ ਦੇ ਜਿਹੜੇ ਕੇਸ ਨੇ ਉਹ ਸਾਫ਼ ਸੁਥਰੇ ਰਹਿਣ, ਔਰ ਉਹਦੇ ਵਿੱਚ ਜਿਹੜੇ ਕਮਜ਼ੋਰ ਕੇਸ ਹੁੰਦੇ ਨੇ ਉਹ ਫਸ ਜਾਂਦੇ ਨੇ, ਨਿਕਲ ਆਉਂਦੇ ਨੇ। ਤੇ ਕੇਸ ਜਿਹੜੇ ਨੇ ਉਹ ਕੰਘੇ ਦੇ ਵਿੱਚ ਕੁਝ ਕੁ ਫਸੇ ਹੋਏ ਸਨ, ਤੇ ਉਹ ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡੇ ਨਾਲ ਮਿੱਤਰਤਾ ਇਹੋ ਜਿਹੀ ਹੈ ਕਿ ਮੈਂ ਤੁਹਾਡੇ ਤੋਂ ਆਪਣੇ ਪੁੱਤਰ ਸ਼ਹੀਦ ਜੇ ਹੋ ਗਏ ਤੇ ਮੈਂ ਤੁਹਾਡੇ ਤੋਂ ਕੁਝ ਮੰਗਾ, ਜੇ ਮੈਂ ਆਖਾਂ ਵੀ ਇਹਨਾਂ ਦੇ ਬਦਲੇ ਮੈਨੂੰ ਕੁਝ ਦੇ ਦਿਓ, ਇਹ ਮਿੱਤਰਤਾ ਨਹੀਂ ਹੈ। ਇਸ ਕਰਕੇ ਮੈਂ ਤੁਹਾਡੇ ਤੋਂ ਇੱਕੋ ਹੀ ਚੀਜ਼ ਮੰਗਦਾ ਹਾਂ, ਕਿਰਪਾ ਕਰੋ ਮੈਨੂੰ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਉਣ ਦੀ ਜਾਚ ਆ ਜਾਵੇ। ਇਸ ਕਰਕੇ ਮੈਂ ਤੁਹਾਡੇ ਤੋਂ ਇੱਕ ਚੀਜ਼ ਮੰਗਦਾ ਹਾਂ, ਆ ਜਿਹੜੇ ਕੇਸ ਤੁਹਾਡੇ ਕੰਘੇ ਦੇ ਵਿੱਚ ਨੇ, ਕੰਘੇ ਸਮੇਤ, ਕੇਸਾਂ ਸਮੇਤ ਕੰਘਾ ਮੈਨੂੰ ਦੇ ਦਿਓ। ਕੰਘਾ ਗੁਰੂ ਸਾਹਿਬ ਜੀ ਨੇ ਕੇਸਾਂ ਸਮੇਤ ਉਸ ਨੂੰ ਪੀਰ ਬੁੱਧੂ ਸ਼ਾਹ ਜੀਆਂ ਨੂੰ ਦੇ ਦਿੱਤਾ। ਔਰ ਜਿਹੜੇ ਦੋ ਪੁੱਤਰ ਸੀ ਉਹ ਵੀ ਬਾਅਦ ਵਿੱਚ ਇੱਕ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਈ ਕੁਰਬਾਨ ਹੋ ਗਏ। 4 ਪੁੱਤਰ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜੰਗ ਦੇ ਵਿੱਚ ਸ਼ਹੀਦ ਕਰਵਾਏ। ਇਸ ਨੂੰ ਕਹਿੰਦੇ ਨੇ ਆਪਣੇ ਮਿੱਤਰਾਂ ਦੇ ਨਾਲ, ਆਪਣੇ ਮੀਤ ਨੂੰ, ਮਿੱਤਰਾਂ ਨੂੰ ਵੀ ਤਾਰ ਲੈਣਾ, ਆਪਣੇ ਕੁਟੰਬ ਨੂੰ ਵੀ ਨਿਸਤਾਰ ਲੈਣਾ। ਤੇ ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਜਿੱਥੇ ਉਹਨਾਂ ਨੇ ਆਪਣੇ 4 ਪੁੱਤਰ ਕੁਰਬਾਨ ਕੀਤੇ ਨੇ ਨਾ, ਨਿਸਤਾਰੇ ਨੇ, ਸਾਡੀ ਨਜ਼ਰ ਦੇ ਵਿੱਚ ਇਉਂ ਲੱਗਦਾ ਹੈ ਕਿ ਉਹ ਖਤਮ ਹੋ ਗਏ, ਸ਼ਹੀਦ ਹੋ ਗਏ, ਕੀ ਕਮਾਇਆ, ਕੀ ਖੱਟਿਆ। ਪਰ ਜਦੋਂ ਗੁਰੂ ਦੀ ਨਜ਼ਰ ਦੇ ਵਿੱਚ ਅਸੀਂ ਵੇਖਦੇ ਹਾਂ, ਉਹ ਕਹਿੰਦੇ ਵੀ ਖਾਲਸੇ ਦੇ ਉੱਪਰੋਂ ਇਹ 4 ਪੁੱਤਰ ਵਾਰ ਦਿੱਤੇ ਨੇ, ਖਾਲਸੇ ਦੇ ਉੱਪਰੋਂ, ਕਿਉਂਕਿ ਖਾਲਸਾ ਪ੍ਰਮਾਤਮਾ ਜੀ ਦੀ ਮੌਜ ਦੇ ਵਿੱਚੋਂ ਪ੍ਰਗਟਿਆ ਹੈ। ਤੇ ਪ੍ਰਮਾਤਮਾ ਦੀ ਖੁਸ਼ੀ ਲੈਣੀ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ, ਹਰ ਇੱਕ ਗੁਰੂ ਦਾ ਸਿੱਖ ਕਰਦਾ ਹੈ ਕਿ ਮੈਨੂੰ ਰੱਬ ਦੀ ਖੁਸ਼ੀ ਪ੍ਰਾਪਤ ਹੋਵੇ। ਉਸ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ, ਉਸ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਰੱਬ ਦੇ ਘਰ ਦੇ ਵਿੱਚ ਕਬੂਲ ਹੋਣ ਵਾਸਤੇ ਆਪਣੇ 4 ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਵਾਰ ਦਿੱਤੇ। ਔਰ ਜਿਹੜੇ ਉਹਨਾਂ ਦੇ ਮਿੱਤਰ ਬਣੇ ਪੀਰ ਬੁੱਧੂ ਸ਼ਾਹ ਜੀ, ਉਹਨਾਂ ਨੇ ਵੀ ਆਪਣੇ 4 ਪੁੱਤਰ ਧਰਮ ਤੋਂ ਕੁਰਬਾਨ ਕਰ ਦਿੱਤੇ। ਇਹੋ ਜੀ ਮਿੱਤਰਤਾ ਹੈ, ਉਹ ਆਪਣੇ ਜਿਹੜਾ ਗੁਰੂ ਦਾ ਸੰਗ ਕਰਦਾ ਹੈ, ਆਪ ਵੀ ਤਰਦਾ ਹੈ, ਆਪਣੇ ਪਰਿਵਾਰ ਨੂੰ ਵੀ ਨਿਸਤਾਰ ਲੈਂਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੇ, ਕਹਿੰਦੇ ਨੇ ਗੁਰੂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਸਾਨੂੰ ਉਹ ਧਨ ਪ੍ਰਾਪਤ ਹੋ ਜਾਂਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੇ। ਵਰਸਾਵੇ ਦਾ ਅਰਥ ਹੁੰਦਾ ਜਿਹੜਾ ਕਦੀ ਧਨ ਖਤਮ ਨਹੀਂ ਹੁੰਦਾ। ਸੰਸਾਰੀ ਧਨ ਦੇ ਵਿੱਚ ਤੋਟ ਆਉਂਦੀ ਹੈ, ਖਤਮ ਹੁੰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਧਨ ਹੈ ਉਹ ਅਖੁੱਟ ਹੈ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਪੂਰੇ ਸਤਿਗੁਰੂ ਜੀ ਨੇ ਸਾਨੂੰ ਉਹ ਧਨ, ਨਾਮ ਧਨ ਦੇ ਦਿੱਤਾ। ਕਿਉਂਕਿ ਜਦੋਂ ਅਸੀਂ ਰੱਬ ਜੀ ਦੇ ਨਾਲ ਪ੍ਰੀਤ ਕਰਾਂਗੇ ਨਾ, ਗੁਰਬਾਣੀ ਨੂੰ ਪੜਾਂਗੇ, ਅਸਲ ਦੇ ਵਿੱਚ ਪ੍ਰੀਤ ਬਣਦੀ ਤਾਂ ਹੈ ਰੱਬ ਜੀ ਦੇ ਨਾਲ। ਕਿਉਂਕਿ ਗੁਰਬਾਣੀ ਪੜਨ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਵੀ ਰੱਬ ਦੀਆਂ ਵਡਿਆਈਆਂ ਕਿੰਨੀਆਂ ਨੇ ਔਰ ਬੰਦੇ ਦੇ ਵਿੱਚ ਬੁਰਾਈਆਂ ਕਿੰਨੀਆਂ ਨੇ। ਰੱਬ ਦੀਆਂ ਵਡਿਆਈਆਂ ਕਿੰਨੀਆਂ ਨੇ, ਕਹਿੰਦੇ ਇੰਨੀਆਂ ਜ਼ਿਆਦੀਆਂ ਵਡਿਆਈਆਂ, ਇੱਕ ਤਾਂ ਸਾਨੂੰ ਦਾਤਾਂ ਦੇ ਕੇ ਨਹੀਂ ਪਛਤਾਉਂਦਾ, ਔਰ ਦੂਜਾ ਸਾਨੂੰ ਦਾਤਾਂ ਦੇਣ ਤੋਂ ਬਾਅਦ ਸਾਡੇ ਤੋਂ ਕਦੀ ਵਿਆਜ ਜਾਂ ਮੂਲ ਧਨ ਦੇ ਵਿੱਚ ਨਹੀਂ ਪੈਂਦਾ ਵੀ ਤੇਰੇ ਤੋਂ ਹੁਣ ਵਿਆਜ ਲੈਣਾ ਹੈ, ਇਹਦਾ ਜਾਂ ਮੂਲ ਸਾਨੂੰ ਵਾਪਸ ਕਰ ਦੇ। ਤੇ ਇੱਕ ਗੱਲ ਉਹ ਹੈ ਕਿ ਉਸ ਦੀ ਵਡਿਆਈ ਇਹ ਹੈ ਕਿ ਹਮੇਸ਼ਾ ਦਇਆ ਕਰਦਾ ਹੈ, ਸਾਡੇ ਔਗਣਾਂ ਨੂੰ ਜਾਣਦਾ ਹੈ, ਔਗਣ ਜਾਣਦਾ ਹੋਇਆ ਵੀ ਸਾਡੇ ਉੱਪਰ ਦਇਆ ਹੀ ਕਰੀ ਜਾਂਦਾ। ਇਹ ਨਹੀਂ ਆਖਦਾ ਭਾਈ ਤੂੰ ਔਗਣ ਕੀਤੇ ਇਸ ਕਰਕੇ ਤੈਨੂੰ ਦਾਤ ਨਹੀਂ ਬਖਸ਼ਿਸ਼ ਕਰਨੀ, ਸਗੋਂ ਸਾਡੇ ਔਗਣ ਵੇਖ ਕੇ ਵੀ ਸਾਨੂੰ ਦਾਤਾਂ ਬਖਸ਼ਿਸ਼ ਕਰਦਾ ਹੈ, ਬਾਰ-ਬਾਰ ਸਾਨੂੰ ਮਾਫ ਕਰਦਾ ਹੈ, ਹਰ ਵਾਰ ਸਾਨੂੰ ਮਾਫ ਕਰਦਾ ਹੈ। ਅਸੀਂ ਪਾਪ ਕਰਦੇ ਹਾਂ, ਉਹ ਸਾਨੂੰ ਪਵਿੱਤਰ ਕਰਦਾ ਹੈ, ਅਸੀਂ ਬੁਰੇ ਕਰਮ ਕਰਦੇ ਹਾਂ, ਉਹ ਸਾਨੂੰ ਮਾਫ ਕਰਦਾ ਹੈ, ਬਾਰ-ਬਾਰ ਮਾਫ ਕਰਦਾ ਹੈ ਸਾਨੂੰ ਸਤਿਗੁਰੂ। ਪਰ ਫਿਰ ਵੀ ਜੇ ਮਨੁੱਖ ਬਾਰ-ਬਾਰ ਪਾਪ ਕਰਦਾ ਕਰਦਾ ਸੰਸਾਰ ਦੇ ਵਿੱਚੋਂ ਚਲਾ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਆਇਆ ਤਾਂ ਲਾਹਾ ਲੈਣ ਸੀ, ਆਇਆ ਤਾਂ ਇਸ ਧਰਤੀ ਦੇ ਉੱਤੇ ਪ੍ਰਮਾਤਮਾ ਜੀ ਦੀ ਇਬਾਦਤ ਕਰਨ ਵਾਸਤੇ ਸੀ, ਪਰ ਲਾਹਾ ਨਹੀਂ ਲੈ ਜਾ ਸਕਿਆ। ਆਪਣੇ ਸਰੀਰ ਨੂੰ ਅਜਾਈ ਕੁਝ ਕੁ ਲੋਕਾਂ ਦੀ ਖੁਸ਼ਾਮਦ ਦੇ ਵਿੱਚ ਲਾ ਕੇ ਐਵੇਂ ਗਵਾ ਲਿਆ ਤੇ ਨਾਮ ਧਨ ਨੂੰ ਪ੍ਰਾਪਤ ਨਾ ਕੀਤਾ, ਵਾਹਿਗੁਰੂ ਜੀ ਦੇ ਧਨ ਨੂੰ ਪ੍ਰਾਪਤ ਨਾ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਸਾਧੂ ਕੈ ਸੰਗ ਸੋ ਧਨ ਪਾਵੇ, ਪ੍ਰਮਾਤਮਾ ਜੀ ਦਾ ਨਾਮ ਧਨ ਪ੍ਰਾਪਤ ਹੁੰਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੇ। ਸਾਰੇ ਰੱਜ ਜਾਂਦੇ ਨੇ, ਕਦੇ ਭੁੱਖੇ ਨਹੀਂ ਮਰਦੇ। ਸਤਿਗੁਰੂ ਜੀ ਕਹਿੰਦੇ ਸਾਧ ਸੰਗ ਧਰਮ ਰਾਏ ਕਰੇ ਸੇਵਾ, ਧਰਮ ਰਾਜ ਵੀ ਇਹੋ ਜਿਹੇ ਬੰਦਿਆਂ ਦੀ ਸੇਵਾ ਕਰਦਾ ਹੈ।
ਰੇ ਰੇ ਦਰਗਾ ਕਹੇ ਨਾ ਕਹੂ ਆਓ ਬੈਠ ਆਦਰ ਸ਼ੁਭ ਦੇਉ। ਉੱਥੇ ਆਦਰ ਮਿਲਦਾ ਹੈ। ਕਹਿੰਦੇ ਧਰਮਰਾਜ ਨੇ ਤਾਂ ਆਪਣੇ ਜਮਦੂਤਾਂ ਨੂੰ ਆਖਿਆ, ਕਹਿੰਦੇ ਜਹਾਂ ਕੀਰਤਨ ਗੋਬਿੰਦ ਭਜਨ, ਕਹਿੰਦੇ ਜਿੱਥੇ ਰੱਬ ਜੀ ਦੀ ਭਗਤੀ ਹੁੰਦੀ ਹੋਵੇ, ਇਬਾਦਤ ਹੁੰਦੀ ਹੋਵੇ, ਉੱਥੇ ਕਿਸੇ ਨੂੰ ਜਾ ਕੇ ਤੁਸੀਂ ਮਾਰਨਾ ਨਹੀਂ ਹੈ, ਕਿਸੇ ਨੂੰ ਫੜਨਾ ਨਹੀਂ ਹੈ। ਕਿਉਂ? ਕਹਿੰਦੇ ਜੇ ਇਹੋ ਜਿਹਾ ਕਿਤੇ ਕਰਮ ਕਰ ਲਿਆ ਤੇ ਕਹਿੰਦੇ ਜਿਸ ਹੁਕਮ ਦੇ ਵਿੱਚ, ਕਿਉਂਕਿ ਧਰਮਰਾਜ ਵੱਡਾ ਨਹੀਂ ਹੈ, ਰੱਬ ਵੱਡਾ ਹੈ। ਧਰਮਰਾਜ ਤਾਂ ਇੱਕ ਉਹ ਹੈ ਜਿਹਦੀ ਇੱਕ ਡਿਊਟੀ ਲਾਈ ਗਈ ਹੈ, ਸੇਵਾ ਲਾਈ ਗਈ ਹੈ। ਸੋ ਸੇਵਾ ਲਾਉਣ ਵਾਲਾ ਵੱਡਾ ਹੈ ਜਾਂ ਸੇਵਾ ਕਰਨ ਵਾਲਾ ਵੱਡਾ ਹੈ? ਇਸ ਕਰਕੇ ਸੇਵਾ ਲਾਈ ਗਈ ਧਰਮਰਾਜ ਦੀ। ਕਹਿੰਦੇ ਧਰਮਰਾਜ ਕਹਿੰਦਾ ਵੀ ਜਿੱਥੇ ਕੋਈ ਰੱਬ ਦੀ ਇਬਾਦਤ ਕਰਦਾ ਹੋਵੇ, ਹੈ ਜਮਦੂਤੋ ਉਸ ਬੰਦੇ ਨੂੰ ਜਾ ਕੇ ਪਕੜਨਾ ਨਹੀਂ ਹੈ। ਭਾਵ ਕਿ ਮੌਤ ਤਾਂ ਆਏਗੀ ਪਰ ਉਹਨੂੰ ਜਮਦੂਤ ਸਤਾਉਣਗੇ ਨਹੀਂ, ਉਹਨੂੰ ਜਮਦੂਤ ਮਾਰ ਨਹੀਂ ਮਾਰਨਗੇ, ਜਮਦੂਤਾਂ ਦੀ ਮਾਰ ਨਹੀਂ ਪਵੇਗੀ। ਕਹਿੰਦੇ ਨਿਕਟ ਨਾ ਜਾਈਏ ਦੂਤ, ਨਾ ਤੂੰ ਨਾ ਹੋ ਨਾ ਛੁੱਟੇ। ਕਹਿੰਦੇ ਨੇ ਨਾ ਤਾਂ ਤੁਸੀਂ ਛੁੱਟੋਗੇ ਨਾ ਮੈਂ ਬਚ ਸਕਦਾ। ਇਸ ਕਰਕੇ ਤੁਸੀਂ ਬੰਦਗੀ ਕਰਨ ਵਾਲੇ ਦੇ ਨੇੜੇ ਨਹੀਂ ਜਾਣਾ, ਉਸ ਨੂੰ ਸਤਾਉਣਾ ਨਹੀਂ ਹੈ, ਉਸ ਨੂੰ ਜਾ ਕੇ ਤੰਗ ਨਹੀਂ ਕਰਨਾ, ਕਿਉਂਕਿ ਉਹਦੇ ਜਾ ਕੇ ਨੇੜੇ ਤੁਸੀਂ ਕਰੋਗੇ ਤੇ ਕਹਿੰਦੇ ਰੱਬ ਫਿਰ ਨਾ ਤਾਂ ਤੁਹਾਨੂੰ ਬਖਸ਼ੇਗਾ ਨਾ ਮੈਨੂੰ ਬਖਸ਼ੇਗਾ, ਤੁਹਾਡੇ ਕਰਕੇ ਮੈਨੂੰ ਵੀ ਸਜ਼ਾ ਮਿਲੇਗੀ। ਇੱਥੋਂ ਤੱਕ ਬੰਦਗੀ ਕਰਨ ਵਾਲੇ ਦੀ ਧਰਮਰਾਜ ਜਿਹੜਾ ਉਹ ਵੀ ਡਰਦਾ ਹੈ ਵੀ ਕਿਤੇ ਇਹਦੇ ਸਾਡੇ ਤੋਂ ਕੋਈ ਕਿਤੇ ਭੁੱਲ ਨਾ ਹੋ ਜਾਵੇ, ਇਹਦੇ ਨਾਲ ਕਿਸੇ ਸਾਡੇ ਤੋਂ ਬੁਰਾ ਵਰਤਾਵ ਨਾ ਹੋ ਜਾਵੇ। ਤੇ ਕਹਿੰਦੇ ਨੇ ਸਾਧ ਸੰਗਤ ਧਰਮ ਰਾਏ ਕਰੇ ਸੇਵਾ। ਗੁਰੂ ਦੀ ਸੰਗਤ ਦੇ ਵਿੱਚ ਆਉਣ ਕਰਕੇ ਧਰਮਰਾਜ ਵੀ ਇਹੋ ਜਿਹੇ ਬੰਦੇ ਦੀ ਸੇਵਾ ਕਰਦਾ ਹੈ। ਸਾਧ ਕੇ ਸੰਗ ਸ਼ੋਭਾ ਸੁਰਦੇਵਾ, ਕਹਿੰਦੇ ਨੇ ਉਸ ਇਨਸਾਨ ਦੀ ਸ਼ੋਭਾ ਭਾਵ ਕਿ ਦੇਵਤੇ ਵੀ ਕਰਦੇ ਨੇ ਜਿਨ੍ਹਾਂ ਨੇ ਰੱਬ ਦੀ ਇਬਾਦਤ ਕੀਤੀ। ਸਾਧੂ ਕੈ ਸੰਗ ਪਾਪ ਪਲਾਇਨ, ਪਲਾਇਨ ਦਾ ਅਰਥ ਹੁੰਦਾ ਹੈ ਖਤਮ। ਦੇ ਵਿੱਚ ਆਉਣ ਕਰਕੇ ਸਾਡੀ ਆਤਮਾ ਜਿੱਤ ਜਾਂਦੀ ਹੈ, ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਦੀ ਹੈ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਪਰਮਾਤਮਾ ਜੀ ਦੇ ਘਰ ਦੇ ਵਿੱਚ ਉਹੀ ਸੂਰਮਾ ਜਿਹਨੇ ਆਪਣੀ ਆਤਮਾ ਨੂੰ ਜਿੱਤ ਲਿਆ। ਨਾਨਕ ਸਾਧ ਕੇ ਸੰਗ ਸਫਲ ਜਨਮ, ਉਸ ਇਨਸਾਨ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਵਾਹਿਗੁਰੂ ਦੀ ਸੇਵਾ ਕੀਤੀ। ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਸਾਨੂੰ ਔਗਣਹਾਰਿਆਂ ਨੂੰ ਗੁਣ ਕਰੋ, ਸਾਡੇ ਪਾਪਾਂ ਨੂੰ ਧੋ ਕੇ ਪਵਿੱਤਰ ਕਰੋ ਤਾਂ ਕਿ ਅਸੀਂ ਤੁਹਾਡੀ ਬੰਦਗੀ ਇਬਾਦਤ ਨਾਮ ਜਪ ਸਕੀਏ। ਸਾਡੇ ਤੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਤੇਰੀ ਇਬਾਦਤ ਕਰ ਸਕੀਏ, ਤੁਸੀਂ ਆਪ ਹੀ ਕਿਰਪਾ ਕਰਕੇ ਨਿਮਾਣਿਆਂ ਨੂੰ ਮਾਨ ਬਖਸ਼ੋ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਲੁਧਿਆਣਾ ਰੋਜ਼ ਗਾਰਡਨ ਦੇ ਨਾਲ ਮੈਂਟੋਰੀਅਸ